ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਰਬਾਨੀ ਤੇ ਸ਼ਹਾਦਤ ਦੀ ਪਰੰਪਰਾ ਦੇ ਨਾਲ ਹੀ ਸਿੱਖਾਂ ਅੰਦਰ ਪਾਪੀ ਨੂੰ ਦੰਡ ਦੇਣ ਦੀ ਰੀਤ ਦਾ ਵੀ ਬੜਾ ਤਗੜਾ ਬੋਲਬਾਲਾ ਹੈ। ਕੁਝ ਪੱਛਮੀ ਵਿਦਵਾਨ ਇਸ ਦਾ ਸੰਬੰਧ ਸਿੱਧੇ ਤੇ ਸਪਾਟ ਰੂਪ ਵਿੱਚ ਪੇਂਡੂ ਜੱਟ ਸੱਭਿਆਚਾਰ ਨਾਲ ਜੋੜਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਖੜਕੂ ਤਬੀਅਤ ਵਾਲੇ ਹਰ ਕਬੀਲੇ ਜਾਂ ਭਾਈਚਾਰੇ ਵਾਂਗ ਹੀ ਜੱਟ ਕਬੀਲਾ ਬਦਲੇ ਦੀ ਜ਼ੋਰਦਾਰ ਰੁਚੀ ਰੱਖਦਾ ਹੈ, ਅਰਥਾਤ ਉਹ ਵਿਰੋਧਾਂ ਨੂੰ ਤਟਫਟ ਜਾਤੀ ਰੰਗਤ ਦੇ ਦਿੰਦਾ ਹੈ ਅਤੇ ਫਿਰ ਨਫਾ ਨੁਕਸਾਨ ਦਾ ਵਿਚਾਰ ਕੀਤੇ ਬਿਨਾਂ ਅਮੁਕ ਵੈਰ ਸ਼ਰੀਕਾ ਤੇ ਦੁਸ਼ਮਣੀ ਵਿੱਢ ਲੈਂਦਾ ਹੈ। ਸੰਸਾਰ ਅੰਦਰ ਲੜਾਕੂ ਰੁਚੀ ਵਾਲੇ ਭਾਈਚਾਰਿਆਂ ਦਾ ਇਹ ਬਹੁਤ ਹੀ ਆਮ ਲੱਛਣ ਹੈ ਕਿ ਉਹ ਵਿਅਕਤੀਗਤ ਪੱਧਰ ਤੇ ਅਤੇ ਸਮੂਹਿਕ ਰੂਪ ਵਿੱਚ ਵੀ ਹਰ ਆਮ ਖਾਸ ਮਸਲੇ ਨੂੰ ਇੱਜ਼ਤ ਦਾ ਮਸਲਾ ਬਣਾ ਲੈਂਦੇ ਹਨ ਅਤੇ ਫਿਰ ਇੱਜ਼ਤ ਮਾਨ ਦੀ ਰਾਖੀ ਲਈ ਬਦਲੇ ਤੇ ਜਵਾਬੀ ਬਦਲੇ ਦੀ ਲੰਮੀ ਲੜਾਈ ਵਿੱਚ ਉਲਝ ਜਾਂਦੇ ਹਨ। ਠਾਕਰਾਂ ਰਾਜਪੂਤਾਂ ਦੇ ਵਾਂਗ ਹੀ ਪੰਜਾਬ ਦੇ ਜੱਟ ਕਿਸਾਨਾਂ ਅੰਦਰ ਵੀ ਇਸ ਤਰ੍ਹਾਂ ਦੀ ਖੂਨੀ ਲਾਗ ਡਾਟ ਤੇ ਦੁਸ਼ਮਣੀ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਉਪਰੋਕਤ ਵਿਦਵਾਨ ਪੰਜਾਬ ਅੰਦਰ ਜਗੀਰੂ ਜ਼ਮਾਨਿਆਂ ਵਿੱਚ ਲੋਕਾਂ ਅੰਦਰ ਵੱਡੀ ਪੱਧਰ ਤੇ ਮਕਬੂਲ ਤੇ ਮਸ਼ਹੂਰ ਹੋਏ ਡਾਕੂ ਸੂਰਮਿਆਂ ਦੇ ਵਰਤਾਰੇ ਨੂੰ ਇਸੇ ਰਵਾਇਤ ਤੇ ਰੁਚੀ ਦਾ ਹੀ ਪ੍ਰਗਟਾਵਾ ਮੰਨਦੇ ਹਨ। ਆਮ ਸੂਝ ਮੁਤਾਬਕ ਦੇਖਿਆ ਜਾਵੇ ਤਾਂ ਇਹ ਸਿਧਾਂਤਕ ਧਾਰਨਾ ਇੰਨੀ ਗਲਤ ਨਹੀਂ ਲੱਗਦੀ, ਪਰ ਹਰ ਮਸਲੇ ਵਿੱਚ ਹੀ ਆਮ ਸੂਝ ਦੀ ਇਹ ਗੰਭੀਰ ਉਣਤਾਈ ਪ੍ਰਗਟ ਹੁੰਦੀ ਹੈ ਕਿ ਇਸ ਅੰਦਰ ਗੁੰਝਲਦਾਰ ਸਮਾਜੀ ਤੇ ਮਨੋਵਿਗਿਆਨਿਕ ਵਰਤਾਰਿਆਂ ਨੂੰ ਉਹਨਾਂ ਦੇ ਅਸਲੀ ਸ਼ੁੱਧ ਰੂਪ ਵਿੱਚ ਵੇਖਣ ਅਤੇ ਸਮਝ ਸਕਣ ਦੀ ਸਮਰੱਥਾ ਨਹੀਂ ਹੁੰਦੀ। ਇਸ ਕਰਕੇ ਅਕਸਰ ਹੀ ਇਹ ਵੇਖਣ ਵਿੱਚ ਆਉਂਦਾ ਹੈ ਕਿ ਆਮ ਸੂਝ ਦੀ ਪੱਧਰ ਤੇ ਜੋ ਦਰੁਸਤ ਲੱਗ ਰਿਹਾ ਹੁੰਦਾ ਹੈ, ਹਕੀਕਤ ਵਿੱਚ ਉਹ ਠੀਕ ਨਹੀਂ ਹੁੰਦਾ। ਜਿਵੇਂ ਆਮ ਸੂਝ ਮੁਤਾਬਕ ਧਰਤੀ ਗੋਲ ਨਹੀਂ ਚਪਟੀ ਨਜ਼ਰ ਆਉਂਦੀ ਹੈ ਅਤੇ ਸੂਰਜ ਧਰਤੀ ਦੁਆਲੇ ਗੇੜੇ ਕੱਢਦਾ ਪ੍ਰਤੀਤ ਹੁੰਦਾ ਹੈ, ਪਰ ਅਸਲੀਅਤ ਇਸ ਦੇ ਉਲਟ ਹੈ। ਸੋ ਇਵੇਂ ਹੀ ਸਿੱਖ ਲਹਿਰ ਅੰਦਰ ਗੁਨਾਹਗਾਰ ਨੂੰ ਸਜ਼ਾ ਦੇਣ ਦੀ ਰੀਤ ਦਾ ਸਰਲ ਪੱਧਰੇ ਰੂਪ ਵਿੱਚ ਜੱਟ ਸੱਭਿਆਚਾਰ ਨਾਲ ਨਾਤਾ ਦਰਸਾਉਣ ਵਾਲੇ ਉਪਰੋਕਤ ਸਿਧਾਂਤਕ ਨਜ਼ਰੀਏ ਦਾ ਬੁਨਿਆਦੀ ਨੁਕਸ ਫੜਨਾ ਬਹੁਤਾ ਔਖਾ ਨਹੀਂ ਹੈ। ਕਿਸੇ ਸਮਾਜੀ ਲਹਿਰ ਦਾ ਵਿਸ਼ੇਸ਼ ਖਾਸਾ ਇਸ ਵਿੱਚ ਸ਼ਾਮਲ ਕਿਸੇ ਵਰਗ ਦੇ ਸੱਭਿਆਚਾਰ ਤੋਂ ਨਹੀਂ, ਬਲਕਿ ਇਸ ਦੁਆਰਾ ਮਿੱਥੇ ਮਨੋਰਥਾਂ ਤੇ ਇਸ ਨੂੰ ਪ੍ਰੇਰਿਤ ਕਰਨ ਵਾਲੀ ਵਿਚਾਰਧਾਰਾ ਤੋਂ ਨਿਰਧਾਰਿਤ ਹੁੰਦਾ ਹੈ। ਕੋਈ ਵਰਗ ਜਦ ਕਿਸੇ ਖਾਸ ਲਹਿਰ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਇਸ ਦੀ ਵਿਚਾਰਧਾਰਾ ਤੇ ਇਸ ਦੁਆਰਾ ਮਿੱਥੇ ਮਨੋਰਥਾਂ ਨੂੰ ਪ੍ਰਵਾਨ ਕਰਕੇ ਹੀ ਸ਼ਾਮਲ ਹੁੰਦਾ ਹੈ। ਲਹਿਰ ਅੰਦਰ ਦਾਖਲੇ ਦੀ ਇਹ ਸ਼ਰਤ ਪੂਰੀ ਕਰਨ ਦਾ ਇਹ ਅਮਲ ਮਹਿਜ ਰਸਮੀ ਕਿਰਿਆ ਨਹੀਂ ਹੁੰਦੀ। ਇਹ ਵਿਚਾਰਧਾਰਾ ਦੇ ਕੀਲਵੇਂ ਪ੍ਰਭਾਵ ਹੇਠ ਵਰਗਾਂ ਦੀ ਕਾਇਆ ਪਲਟ ਦਾ ਇੱਕ ਗੁੰਝਲਦਾਰ ਵਰਤਾਰਾ ਹੁੰਦਾ ਹੈ। ਲਹਿਰ ਵਿੱਚ ਸ਼ਾਮਲ ਹੋਏ ਵਰਗਾਂ ਦੇ ਜਿਹੜੇ ਸੱਭਿਆਚਾਰਕ ਲੱਛਣ ਲਹਿਰ ਦੇ ਖਾਸੇ ਤੇ ਮਨੋਰਥਾਂ ਦੇ ਅਨੁਕੂਲ ਨਹੀਂ ਹੁੰਦੇ, ਇਹਨਾਂ ਨੂੰ ਤਿਆਗਣ ਦਾ ਉਹਨਾਂ ਉੱਤੇ ਲਗਾਤਾਰ ਦਬਾਅ ਬਣਿਆ ਰਹਿੰਦਾ ਹੈ। ਜਿੰਨਾ ਚਿਰ ਕਿਸੇ ਲਹਿਰ ਉੱਤੇ ਇਸ ਦੀ ਵਿਚਾਰਧਾਰਾ ਦੀ ਪਕੜ ਮਜ਼ਬੂਤ ਬਣੀ ਰਹਿੰਦੀ ਹੈ, ਉਹਨਾਂ ਚਿਰ ਇਹ ਇਸ ਦੇ ਬੁਨਿਆਦੀ ਖਾਸੇ ਨਾਲ ਟਕਰਾਉਂਦੇ ਰੁਝਾਨਾਂ ਨਾਲ ਕੋਈ ਸਮਝੌਤਾ ਨਹੀਂ ਕਰਦੀ। ਇਸ ਤਰ੍ਹਾਂ ਲਹਿਰ ਦੀ ਵਿਚਾਰਧਾਰਕ ਚੜ੍ਹਤਲ ਤੇ ਪਹਿਲ ਤਾਜ਼ਗੀ ਦੇ ਦੌਰਾਨ ਅੰਦਰ ਇਸ ਵਿੱਚ ਸ਼ਾਮਲ ਹੋਣ ਵਾਲੇ ਵਰਗਾਂ ਦੀ ਲਗਾਤਾਰ ਕਿਰਦਾਰ ਸੁਧਾਈ ਹੁੰਦੀ ਰਹਿੰਦੀ ਹੈ, ਅਰਥਾਤ ਉਹ ਲਗਾਤਾਰ ਆਪਣੇ ਆਪ ਨੂੰ ਲਹਿਰ ਦੀ ਵਿਚਾਰਧਾਰਾ ਅਨੁਸਾਰ ਢਾਲਦੇ ਰਹਿੰਦੇ ਹਨ। ਜੋ ਲਹਿਰ ਦੀ ਵਿਚਾਰਧਾਰਾ ਤੇ ਇਸ ਦੇ ਖਾਸੇ ਅਨੁਸਾਰ ਢਲਣ ਤੋਂ ਇਨਕਾਰ ਕਰ ਦਿੰਦਾ ਹੈ, ਉਸ ਦਾ ਲਹਿਰ ਸੰਗ ਚੱਲਣਾ ਨਾਮੁਮਕਿਨ ਹੋ ਜਾਂਦਾ ਹੈ। ਸਿੱਖ ਇਨਕਲਾਬ ਦੇ ਸਿਰਲੇਖ ਹੇਠ ਲਿਖੀ ਬਹੁਮੁੱਲੀ ਪੁਸਤਕ ਦੇ ਲੇਖਕ ਸਰਦਾਰ ਜਗਜੀਤ ਸਿੰਘ ਨੇ ਸਿੱਖ ਪਰੰਪਰਾਵਾਂ ਉੱਤੇ ਜੱਟ ਸੱਭਿਆਚਾਰ ਦੇ ਅਸਰ ਨੂੰ ਵਧਾ ਚੜ੍ਹਾ ਕੇ ਵੇਖਣ ਵਾਲੀ ਬੌਧਿਕ ਧਾਰਨਾ ਦਾ ਤਿੱਖਾ ਖੰਡਨ ਕਰਦਿਆਂ ਹੋਇਆਂ ਇਸ ਮਸਲੇ ਨੂੰ ਬਹੁਤ ਹੀ ਵਿਵੇਕਪੂਰਨ ਢੰਗ ਨਾਲ ਨਜਿੱਠਿਆ ਹੈ। ਉਹਨਾਂ ਜਚਨਹਾਰ ਦਲੀਲਾਂ ਤੇ ਪ੍ਰਮਾਣਾਂ ਨਾਲ ਇਹ ਸਿੱਧ ਕੀਤਾ ਹੈ ਕਿ ਸਿੱਖ ਲਹਿਰ ਦੀ ਦਿਸ਼ਾ ਤੇ ਇਸ ਦਾ ਖਾਸਾ ਨਿਰਧਾਰਿਤ ਕਰਨ ਵਿੱਚ ਜੱਟ ਸੱਭਿਆਚਾਰ ਕਿਸੇ ਵੀ ਤਰ੍ਹਾਂ ਨਾਲ ਨਿਰਣਾਕਾਰੀ ਤੱਤ ਨਹੀਂ ਸੀ ਬਣਿਆ।
ਇਹ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਹੀ ਸੀ ਜਿਸ ਨੇ ਸਿੱਖ ਲਹਿਰ ਦਾ ਖਾਸਾ ਨਿਰਧਾਰਿਤ ਕੀਤਾ ਸੀ। ਸਿੱਖ ਧਰਮ ਨੇ ਜੱਟ ਭਾਈਚਾਰੇ ਦੇ ਸੱਭਿਆਚਾਰਕ ਲੱਛਣ ਜਿਵੇਂ ਦੇ ਸਨ ਉਵੇਂ ਦੇ ਹੀ ਪ੍ਰਵਾਨ ਨਹੀਂ ਸਨ ਕਰ ਲਏ, ਸਗੋਂ ਸਿੱਖ ਵਿਚਾਰਧਾਰਾ ਦੇ ਜੱਟ ਭਾਈਚਾਰੇ ਨੂੰ ਆਪਣੇ ਕੁਝ ਨਾ ਪੱਖੀ ਲੱਛਣ ਜੋ ਕਿ ਸਿੱਖ ਲਹਿਰ ਦੇ ਖਾਸੇ ਨਾਲ ਮੇਲ ਨਹੀਂ ਸਨ ਖਾਂਦੇ ਤਿਆਗਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਸਿੱਖ ਵਿਚਾਰਧਾਰਾ ਨੇ ਜੱਟ ਭਾਈਚਾਰੇ ਨੂੰ ਸੱਭਿਆਚਾਰਕ ਤੇ ਸਦਾਚਾਰਕ ਮੁੜ ਢਲਾਈ ਦੇ ਅਮਲ ਵਿੱਚ ਪਾਇਆ ਅਤੇ ਇਸ ਅੰਦਰ ਕਈ ਤਕੜੇ ਇਨਕਲਾਬੀ ਗੁਣ ਪੈਦਾ ਕੀਤੇ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਧਰਮ ਨੇ ਇਸ ਦੇ ਮੂਲ ਸਿਧਾਂਤਾਂ ਤੇ ਮਨੋਰਥਾਂ ਨਾਲ ਟਕਰਾਉਂਦੇ ਹਰ ਵਿਚਾਰ, ਅਮਲ ਤੇ ਰੀਤੀ ਰਿਵਾਜ ਨੂੰ ਛੱਡ ਕੇ ਪਰਾਂ ਸੁੱਟ ਦਿੱਤਾ ਸੀ ਅਤੇ ਇਸ ਤਰ੍ਹਾਂ ਸੋਚ ਅਤੇ ਅਮਲ ਦੀ ਪੱਧਰ ਤੇ ਕਬਾਇਲੀ ਸਮਾਜ ਨਾਲੋਂ ਸਿਫਤੀ ਵਖਰੇਵਾਂ ਸਥਾਪਿਤ ਕਰ ਦਿੱਤਾ ਸੀ। ਜੋ ਇਸ ਪੱਖ ਤੋਂ ਵੇਖਿਆ ਸਿੱਖ ਲਹਿਰ ਅੰਦਰ ਪਾਪੇ ਨੂੰ ਦੰਡ ਦੇਣ ਦੀ ਪ੍ਰਵਿਰਤੀ ਦੇ ਇਜ਼ਹਾਰਾਂ ਦੀ ਤੁਲਨਾ ਜੱਟ ਭਾਈਚਾਰੇ ਅੰਦਰ ਪ੍ਰਚਲਿਤ ਬਦਲੇ ਦੀ ਰੁਚੀ ਨਾਲ ਕਰਨੀ ਠੀਕ ਨਹੀਂ ਹੈ। ਦੋਨਾਂ ਦਾ ਤੱਤ ਅਲੱਗ-ਅਲੱਗ ਹੈ। ਉਵੇਂ ਹੀ ਜਿਵੇਂ ਕਿ ਸਿੱਖ ਕੌਮ ਦੇ ਜੁਝਾਰੂ ਖਾਸੇ ਤੇ ਜੱਟ ਵਰਗ ਦੇ ਲੜਾਕੇਪਣ ਵਿਚਕਾਰ ਰੂਪ ਦੀ ਸਮਾਨਤਾ ਦੇ ਬਾਵਜੂਦ ਤੱਤ ਦਾ ਅਹਿਮ ਵਖਰੇਵਾਂ ਹੈ। ਦੋਨਾਂ ਨੂੰ ਨਖੇੜਨ ਵਾਲਾ ਤੱਤ ਸਿੱਖ ਵਿਚਾਰਧਾਰਾ ਹੈ। ਗੁਰੂ ਸਾਹਿਬਾਨ ਨੇ ਜਦ ਜੱਟ ਭਾਈਚਾਰੇ ਦੇ ਲੜਾਕੇਪਣ ਨੂੰ ਸਿੱਖ ਵਿਚਾਰਧਾਰਾ ਦੀ ਪਾਣ ਚਾੜ੍ਹ ਦਿੱਤੀ ਤਾਂ ਇਸ ਦਾ ਖਾਸਾ ਤਬਦੀਲ ਹੋ ਗਿਆ। ਇਵੇਂ ਹੀ ਵੱਡੇ ਮਨੋਰਥ ਨਾਲ ਜੁੜ ਕੇ ਦੰਡ ਦੀ ਰੁਚੀ ਹੋਰ ਦੀ ਹੋਰ ਹੋ ਜਾਂਦੀ ਹੈ। ਚੁਣੇ ਮੋੜ ਤੇ ਚਤਰੇ ਦੀ ਡਾਕੂ ਜੋੜੀ ਨਾਲੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਜੁਝਾਰੂ ਜੱਟ ਦਾ ਸਿਫਤੀ ਵਖਰੇਵਾਂ ਸਾਫ਼ ਪ੍ਰਗਟ ਹੋ ਜਾਂਦਾ ਹੈ। ਵਿਚਾਰਧਾਰਾ ਦਾ ਫੈਕਟਰ ਇੰਨਾ ਨਿਰਣਾਇਕ ਹੈ ਕਿ ਸਿੱਖ ਲਹਿਰ ਉੱਤੇ ਵਿਚਾਰਧਾਰਾ ਦੀ ਪਕੜ ਕਮਜ਼ੋਰ ਪੈ ਜਾਣ ਦੇ ਨਾਲ ਜੱਟ ਭਾਈਚਾਰੇ ਦੀਆਂ ਇਹ ਖੂਬੀਆਂ ਐਬ ਹੋ ਨਿਬੜਦੀਆਂ ਹਨ। ਵਿਚਾਰਧਾਰਾ ਤੋਂ ਵਿਛੁਣਾ ਲੜਾਕਾਪਣ ਅਤੇ ਮਨੋਰਥ ਤੋਂ ਵਾਜੀ ਬਦਲੇ ਦੀ ਪ੍ਰਵਿਰਤੀ ਸਿੱਖ ਲਹਿਰ ਉੱਤੇ ਆਪਣਾ ਨਾਪੱਖੀ ਪ੍ਰਭਾਵ ਪਾਉਣ ਲੱਗ ਪੈਂਦੀ ਹੈ। ਹਰ ਧਰਮ ਅਤੇ ਹਰ ਲਹਿਰ ਦੇ ਸੰਬੰਧ ਵਿੱਚ ਹੀ ਇਹ ਗੱਲ ਆਮ ਵੇਖਣ ਵਿੱਚ ਆਈ ਹੈ ਕਿ ਉਸ ਅੰਦਰ ਵਿਚਾਰਧਾਰਾ ਦਾ ਜ਼ੋਰ ਹਮੇਸ਼ਾ ਇੱਕੋ ਦਰਜੇ ਦੇ ਨਹੀਂ ਰਹਿੰਦਾ। ਇਸ ਵਿੱਚ ਅਕਸਰ ਵੱਡੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਆਮ ਨਿਯਮ ਦੇ ਤੌਰ ਤੇ ਹੀ ਵਿਚਾਰਧਾਰਾ ਦੀ ਚੜ੍ਹਤ ਦੇ ਲਿਹਾਜ਼ ਨਾਲ ਹਰ ਧਰਮ ਤੇ ਹਰ ਵੱਡੀ ਲਹਿਰ ਦਾ ਆਰੰਭਕ ਭਾਵ ਕਿ ਪੈਗੰਬਰੀ ਦੌਰ ਉਸ ਦਾ ਕਮਾਲ ਹੁੰਦਾ ਹੈ। ਪੈਗੰਬਰ ਦੇ ਦ੍ਰਿਸ਼ ਤੋਂ ਲਾਂਭੇ ਹੋ ਜਾਣ ਨਾਲ ਅਵਸਥਾ ਉਹੀ ਨਹੀਂ ਬਣੀ ਰਹਿੰਦੀ। ਪੈਗੰਬਰੀ ਦੌਰ ਦੇ ਗੁਜ਼ਰ ਜਾਣ ਤੋਂ ਬਾਅਦ ਹਰ ਲਹਿਰ ਅੰਦਰ ਹੀ ਕੁਝ ਨਾ ਕੁਝ ਬਦਲਾਅ ਜ਼ਰੂਰ ਆਉਂਦਾ ਹੈ, ਜਿਸ ਕਰਕੇ ਕਿਸੇ ਵੀ ਲਹਿਰ ਦਾ ਹਕੀਕੀ ਮੁਲਾਂਕਣ ਕਰਨ ਲਈ ਉਸ ਦੀ ਵਿਸ਼ੇਸ਼ ਅਵਸਥਾ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਹਰ ਸਥਿਤੀ ਉੱਤੇ ਪੈਗੰਬਰੀ ਦੌਰ ਦੇ ਆਦਰਸ਼ਕ ਮਾਪਦੰਡ ਲਾਗੂ ਨਹੀਂ ਹੋ ਸਕਦੇ। ਇਸ ਵਿੱਚ ਹਮੇਸ਼ਾ ਥੋੜ੍ਹੀ ਗੁੰਜਾਇਸ਼ ਜ਼ਰੂਰ ਰੱਖਣੀ ਚਾਹੀਦੀ ਹੈ। ਸਿਰਫ ਇਸ ਤਰ੍ਹਾਂ ਕਰਨ ਨਾਲ ਹੀ ਲਹਿਰ ਤੇ ਇਸ ਦੇ ਪਾਤਰਾਂ ਨਾਲ ਯੋਗ ਇਨਸਾਫ ਹੋ ਸਕਦਾ ਹੈ। ਸਿੱਖਾਂ ਦੁਆਰਾ ਗੁਰੂ ਸਾਹਿਬਾਨ ਦੀ ਹਾਜ਼ਰੀ ਵਿੱਚ ਜੋ ਵੀ ਜੰਗ ਲੜੀ ਗਈ ਉਹ ਉੱਚੇ ਆਤਮਿਕ ਮਾਹੌਲ ਵਿੱਚ ਅਤੇ ਸੁੱਚੇ ਨੈਤਿਕ ਮਿਆਰਾਂ ਦੀ ਪਾਲਣਾ ਕਰਦਿਆਂ ਲੜੀ ਗਈ। ਗੁਰੂ ਸਾਹਿਬਾਨ ਦਾ ਕੋਈ ਵੀ ਕਰਮ ਜਾਂ ਪੈਤੜਾ ਅਜਿਹਾ ਨਹੀਂ ਸੀ ਜੋ ਕਿਸੇ ਸ਼ਖਸੀ ਜਾਂ ਸੰਕੀਰਣ ਕਿਸਮ ਦੇ ਵੈਰ ਵਿਰੋਧ ਚੋਂ ਜਾਂ ਬਦਲੇ ਦੀ ਭਾਵਨਾ ਚੋਂ ਨਿਕਲਿਆ ਹੋਵੇ। ਉਹਨਾਂ ਦੇ ਹਰ ਅਮਲ ਦੇ ਪਿੱਛੇ ਕੋਈ ਉੱਚਾ ਖਿਆਲ ਤੇ ਵੱਡੀ ਦ੍ਰਿਸ਼ਟੀ ਕੰਮ ਕਰਦੀ ਸੀ। ਪਰ ਦਸ਼ਮੇਸ਼ ਪਿਤਾ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਹਾਲਤ ਅੰਦਰ ਦੋਨਾਂ ਹੀ ਬਾਹਰ ਮੁਖੀ ਤੇ ਅੰਤਰਮੁਖੀ ਪੱਖਾਂ ਤੋਂ ਇੱਕ ਵੱਡਾ ਬਦਲਾਅ ਆ ਗਿਆ ਸੀ। ਸਿੱਖਾਂ ਦੀ ਆਪਣੇ ਗੁਰੂ ਨਾਲ ਮੁਹੱਬਤ ਇੰਨੀ ਗੂੜ੍ਹੀ ਤੇ ਸ਼ਰਧਾ ਇੰਨੀ ਤੀਬਰ ਸੀ ਕਿ ਗੁਰੂ ਦੇ ਵਿਛੋੜੇ ਨਾਲ ਉਹਨਾਂ ਅੰਦਰ ਵੈਰਾਗ ਦਾ ਇੱਕ ਹੜ੍ਹ ਜਿਹਾ ਉਮੜ ਪਿਆ। ਮੁਗਲ ਹਾਕਮਾਂ ਨੇ ਗੁਰੂ ਸਾਹਿਬ ਨਾਲ ਜੋ ਵਧੀਕੀਆਂ, ਬੇਇਨਸਾਫੀਆਂ ਤੇ ਸਿਤਮਗੀਰੀਆਂ ਕੀਤੀਆਂ ਸਨ, ਪਹਿਲਾਂ ਉਹਨਾਂ ਦੇ ਗੁਰੂ ਪਿਤਾ ਨੂੰ ਅਤੇ ਬਾਅਦ ਵਿੱਚ ਉਹਨਾਂ ਦੇ ਮਾਸੂਮ ਲਾਲਾਂ ਨੂੰ ਜਿਸ ਨਿਰਦਈ ਪੁਣੇ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਗੁਰੂ ਸਾਹਿਬ ਦੇ ਖਿਲਾਫ
ਛਲ ਤੇ ਬਲ ਦੀ ਜੋ ਨੀਚ ਖੇਡ ਖੇਡੀ ਗਈ ਸੀ, ਉਸ 'ਤੇ ਸਿੱਖਾਂ ਨੂੰ ਰਹਿ ਕੇ ਕ੍ਰੋਧ ਚੜ੍ਹ ਰਿਹਾ ਸੀ। ਜਿੰਨਾ ਚਿਰ 10ਵਾਂ ਪਾਤਸ਼ਾਹ ਜਿਸਮਾਨੀ ਰੂਪ ਵਿੱਚ ਸਿੱਖਾਂ ਦੇ ਅੰਗ ਸੰਗ ਸਨ, ਉਹਨਾਂ ਦੀ ਮੌਜੂਦਗੀ ਦਾ ਸੁਖਦ ਅਹਿਸਾਸ ਹੀ ਸਿੱਖਾਂ ਨੂੰ ਵੱਡਾ ਆਤਮਿਕ ਧਰਵਾਸ ਦਿੰਦਾ ਰਿਹਾ ਅਤੇ ਉਹਨਾਂ ਵਾਂਗ ਹੀ ਉਹਨਾਂ ਦੇ ਜਜ਼ਬਾਤ ਵੀ ਗੁਰੂ ਸਾਹਿਬ ਦੁਆਰਾ ਨਿਰਧਾਰਤ ਕੀਤੀ ਨੈਤਿਕ ਮਰਿਆਦਾ ਦਾ ਪੂਰੀ ਸ਼ਰਧਾ ਤੇ ਵਫਾਦਾਰੀ ਨਾਲ ਪਾਲਣ ਕਰਦੇ ਰਹੇ। ਪਰ ਗੁਰੂ ਦੇ ਸਦੀਵੀ ਵਿਛੋੜੇ ਨਾਲ ਸਾਰੀ ਸਥਿਤੀ ਹੀ ਬਦਲ ਗਈ। ਵੈਰਾਗ ਵਿੱਚ ਸਿੱਖਾਂ ਦੇ ਮਨਾਂ ਅੰਦਰ ਗੁਰੂ ਮੋਹ ਦੂਰੀ ਸਿੱਧਤ ਨਾਲ ਜਾਗ ਉੱਠਿਆ। ਮੁਗਲਾਂ ਦੁਆਰਾ ਗੁਰੂ ਜੀ ਨਾਲ ਕੀਤੀਆਂ ਘੋਰ ਬੇਇਨਸਾਫੀਆਂ ਦਾ ਦੁੱਖ ਤੀਬਰ ਵੇਦਨਾ ਵਿੱਚ ਬਦਲ ਗਿਆ। ਮਨਾਂ ਅੰਦਰ ਜਮ੍ਹਾਂ ਹੋਇਆ ਰੋਸ ਤੇ ਗੁੱਸਾ ਲਾਵਾ ਬਣ ਕੇ ਖੋਲ੍ਹਣ ਲੱਗਾ ਅਤੇ ਹਿਰਦਿਆਂ ਅੰਦਰ ਚਿਰਾਂ ਤੋਂ ਸੁਲਗ ਰਹੇ ਅੰਗਿਆਰੇ ਭਾਂਬੜ ਬਣ ਕੇ ਬਲ ਉੱਠੇ। ਇਤਿਹਾਸ ਕਦੇ ਵੀ ਹਮੇਸ਼ਾ ਇੱਕੋ ਤੋਰੇ ਨੱਕ ਦੀ ਸਿੱਧੇ ਅੱਗੇ ਨਹੀਂ ਤੁਰਦਾ। ਇਹ ਅਕਸਰ ਤਿੱਖੇ ਮੋੜ ਕੱਟਦਾ ਤੇ ਆਪਣਾ ਮਿਜਾਜ ਬਦਲਦਾ ਰਹਿੰਦਾ ਹੈ। ਕਿਤੇ ਇਹ ਸ਼ਾਂਤ ਪੱਧਰਾ ਵਗਦਾ ਹੈ ਤੇ ਕਦੇ ਤਰਥਲੀਆਂ ਮਚਾਉਂਦਾ ਸੁਆ ਵਗਣ ਲੱਗ ਪੈਂਦਾ ਹੈ। ਕਦੇ ਸੌ ਨਜ਼ਰ ਆਉਂਦਾ ਹੈ ਤੇ ਕਦੇ ਖਰੁੱਦੀ ਜਾਪਣ ਲੱਗ ਪੈਂਦਾ ਹੈ। ਕਦੇ ਲੰਮੀ ਚੁੱਪ ਧਾਰ ਲੈਂਦਾ ਹੈ ਤੇ ਕਦੇ ਉੱਚਾ ਗਰਜਣ ਲੱਗ ਪੈਂਦਾ ਹੈ। ਇਤਿਹਾਸ ਅੰਦਰ ਕੁਝ ਮੌਕੇ ਅਜਿਹੇ ਆਉਂਦੇ ਹਨ ਜਦ ਵੱਡੇ ਤੋਂ ਵੱਡਾ ਜ਼ੁਲਮ ਵੀ ਚੁੱਪ ਸ਼ਾਂਤ ਰਹਿ ਕੇ ਜਰਨਾ ਪੈਂਦਾ ਹੈ। ਵੱਡੇ ਦਰਦ ਨੂੰ ਵੀ ਤੇਰਾ ਭਾਣਾ ਮਿੱਠਾ ਲਾਗੇ ਕਹਿ ਕੇ ਸ਼ਾਂਤ ਚਿੱਤ ਸਹਿਣ ਕਰਨਾ ਪੈਂਦਾ ਹੈ। ਵੱਡੀਆਂ ਭੜਕਾਹਟਾਂ ਨੂੰ ਵੀ ਠੰਡੇ ਸ਼ਾਂਤ ਹਿਰਦੇ ਨਾਲ ਸਹਾਰਨ ਦਾ ਸਿਦਕ ਤੇ ਜੇਰਾ ਵਿਖਾਉਣਾ ਪੈਂਦਾ ਹੈ। ਪਰ ਫਿਰ ਕੋਈ ਮੌਕਾ ਅਜਿਹਾ ਆ ਜਾਂਦਾ ਹੈ ਜਦ ਜ਼ੁਲਮਾਂ ਨੂੰ ਸਿੱਧੇ ਮੱਥੇ ਲਲਕਾਰਨ ਤੇ ਇਸ ਦਾ ਕਰਾਰਾ ਜਵਾਬ ਦੇਣ ਦੀ ਇਤਿਹਾਸਕ ਲੋੜ ਤੇ ਸਥਿਤੀ ਪੈਦਾ ਹੋ ਜਾਂਦੀ ਹੈ। ਜ਼ੁਲਮਾਂ ਦੇ ਘੋਰ ਅੰਧਕਾਰ ਨੂੰ ਚੀਰਨ ਲਈ ਤੇਗਾਂ ਦੀਆਂ ਲਿਸ਼ਕਾਂ ਨਾਲ ਇਤਿਹਾਸ ਦੇ ਰਾਹ ਰੁਸ਼ਨਾਉਣੇ ਪੈ ਜਾਂਦੇ ਹਨ। ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਇਤਿਹਾਸ ਦੇ ਹਰ ਮਿਜਾਜ ਨੂੰ ਸਮਝਣ ਤੇ ਇਸ ਅਨੁਸਾਰ ਮੁਨਾਸਬ ਪੈਂਤਰੇ ਦੀ ਚੋਣ ਕਰਨ ਦੀ ਮੱਤ ਤੇ ਜਾਂਚ ਬਖਸ਼ੀ ਹੈ। ਇਸ ਕਰਕੇ ਸਿੱਖ ਕੌਮ ਨੇ ਸਮੇਂ ਦੀ ਨਬਜ਼ ਨੂੰ ਪਛਾਣਨ ਤੇ ਇਤਿਹਾਸ ਅੰਦਰ ਆਪਣੀ ਭੂਮਿਕਾ ਨੂੰ ਇਸ ਅਨੁਸਾਰ ਢਾਲਣ ਵਿੱਚ ਕਦੇ ਉਕਾਈ ਨਹੀਂ ਕੀਤੀ। ਲੋੜ ਪਈ ਤਾਂ ਤੱਤੀ ਤਵੀ ਦੇ ਸੇਕ ਨੂੰ ਚੁੱਪਚਾਪ ਜਰ ਲਿਆ ਅਤੇ ਬਿਨਾਂ ਸੀਹ ਕੀਤਿਆਂ ਦੇਗਾਂ 'ਚ ਉਬਲਣਾ ਤੇ ਆਰਿਆਂ ਨਾਲ ਚੀਰੇ ਜਾਣਾ ਕਬੂਲ ਕਰ ਲਿਆ। ਪਰ ਫਿਰ ਜਦ ਜ਼ੁਲਮ ਨੂੰ ਵੰਗਾਰਨ ਲਈ ਤੇਗ ਉਠਾਉਣ ਦੀ ਲੋੜ ਪਈ ਤਾਂ ਸੰਸਾਰ ਨੂੰ ਸ਼ਮਸ਼ੀਰਾਂ ਦੇ ਵਜਦ ਨਾਲ ਚਿਕਰਿਤ ਕਰਕੇ ਰੱਖ ਦਿੱਤਾ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਰਵਾਨਾ ਕਰਨ ਵੇਲੇ ਇਤਿਹਾਸ ਦੇ ਅਗਲੇ ਕਰਮਾਂ ਵੱਲ ਸਾਫ਼ ਇਸ਼ਾਰਾ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਜਾਣ ਲਿਆ ਸੀ ਕਿ ਪੰਥਕ ਕਾਜ ਨੂੰ ਅੱਗੇ ਤੋਰਨ ਲਈ ਜ਼ਾਲਮਾਂ ਨੂੰ ਦੰਡ ਦੇਣਾ ਜ਼ਰੂਰੀ ਹੋ ਗਿਆ ਸੀ। ਇਸ ਤੋਂ ਬਗੈਰ ਇਤਿਹਾਸ ਦਾ ਅੱਗੇ ਵਧਣਾ ਸੰਭਵ ਨਹੀਂ ਸੀ ਰਿਹਾ। ਖਾਲਸਾ ਪੰਥ ਤਾਂ ਇਤਿਹਾਸ ਅੰਦਰ ਆਪਣਾ ਇਹ ਕਰਮ ਨਿਭਾਉਣ ਲਈ ਪਹਿਲਾਂ ਹੀ ਤਾਂ ਵਿੱਚ ਆਇਆ ਖੜਾ ਸੀ। ਉਹ ਢੁਕਵੇਂ ਮੌਕੇ ਤੇ ਇਸ਼ਾਰੇ ਦੀ ਹੀ ਉਡੀਕ ਕਰ ਰਿਹਾ ਸੀ, ਜਿਸ ਕਰਕੇ ਬੰਦਾ ਸਿੰਘ ਬਹਾਦਰ ਦੇ ਪੰਜਾਬ ਦੀ ਜੂ ਅੰਦਰ ਦਾਖਲ ਹੋਣ ਦੀ ਦੇਰ ਸੀ ਕਿ ਸਿੱਖ ਪੰਥ ਅੰਦਰ ਜੋਸ਼ ਦਾ ਇੱਕ ਹੜ੍ਹ ਹੀ ਉੱਠ ਖੜਾ ਹੋਇਆ ਸੀ। ਦਿਨਾਂ ਅੰਦਰ ਹੀ ਬੰਦੇ ਦੁਆਲੇ ਸਾਰਾ ਪੰਥ ਲਾਮਬੰਦ ਹੋ ਤੁਰਿਆ। ਉਸ ਤੋਂ ਬਾਅਦ ਜ਼ਾਲਮ ਦੇ ਸਿਰਾਂ ਉੱਤੇ ਜੋ ਬੀਤੀ, ਉਸ ਤੋਂ ਸਾਰਾ ਉਪ ਮਹਾਂਦੀਪ ਭਲੀ ਭਾਂਤ ਵਾਕਿਫ ਹੈ। ਬੰਦਾ ਸਿੰਘ ਬਹਾਦਰ ਨੇ ਪੰਜਾਬ ਅੰਦਰ ਵੜਦਿਆਂ ਹੀ ਖਾਲਸਾ ਪੰਥ ਦੇ ਏਜੰਡੇ ਬਾਰੇ ਕੋਈ ਭੁੱਲ ਭੁਲੇਖਾ ਨਹੀਂ ਸੀ ਰਹਿਣ ਦਿੱਤਾ। ਗੁਰੂ ਸਾਹਿਬ ਉੱਤੇ ਜ਼ੁਲਮ ਢਾਉਣ ਵਾਲੇ ਅਤੇ ਜਾਂ ਕਿਸੇ ਵੀ ਰੂਪ ਵਿੱਚ ਇਸ ਸਿਤਮਗਰੀ ਵਿੱਚ ਭਲੀ ਭਾਂਤ ਬਣਨ ਵਾਲੇ ਪਾਪੀਆਂ ਨੂੰ ਖਾਲਸੇ ਦੇ ਰੋਹ ਤੋਂ ਹੁਣ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਸੀ ਬਚਾ ਸਕਦੀ। ਬੰਦਾ ਸਿੰਘ ਬਹਾਦਰ ਦਾ ਪਹਿਲਾ ਕਹਿਰ ਸਮਾਣੇ ਦੇ ਢੱਠਾ, ਕਿਉਂਕਿ ਸਮਾਣਾ ਗੁਰੂ ਘਰ ਦੇ ਦੋਖੀਆਂ ਤੇ ਪਾਪੀਆਂ ਦਾ ਗੜ੍ਹ ਸਮਝਿਆ ਜਾਂਦਾ ਸੀ। ਸੈਯਦ ਜਲਾਲੁਦੀਨ ਨਾਂ ਦੇ ਜਿਸ ਜਲਾਦ ਨੇ 9ਵੇਂ ਪਾਤਸ਼ਾਹ ਦਾ ਸੀਸ ਕਤਲ ਕੀਤਾ ਸੀ, ਉਹ ਸਮਾਣੇ ਦਾ ਹੀ ਰਹਿਣ ਵਾਲਾ ਸੀ। ਫਿਰ ਬਾਅਦ ਵਿੱਚ ਜਾ ਕੇ ਉਸ ਦੇ ਹੀ ਪੁੱਤਰ ਨੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਤਲ ਕਰਨ ਦਾ ਘਿਨਾਉਣਾ ਕਰਮ ਨਿਭਾਇਆ।
ਗੁਰੂ ਗੋਬਿੰਦ ਕੋਲ ਛਲ ਬਲ ਕਰਕੇ ਅਨੰਦਪੁਰ ਖਾਲੀ ਕਰਵਾਉਣ ਵਾਲੇ ਮੁਗਲ ਹਕੂਮਤ ਦੇ ਕਈ ਅਹਿਮ ਕਰਿੰਦੇ ਸਮਾਣੇ ਦੇ ਹੀ ਬਾਸ਼ਿੰਦੇ ਸਨ। ਇਸ ਕਰਕੇ ਜਦ ਬੰਦਾ ਸਿੰਘ ਬਹਾਦਰ ਦਾ ਸਮਾਣੇ ਉੱਤੇ ਰੋਹ ਨਜ਼ਰ ਹੋਇਆ ਤਾਂ ਸਿੰਘਾਂ ਨੇ ਇਹਨਾਂ ਸਾਰੇ ਦੋਖੀਆਂ ਦੇ ਖੁਰੇ ਲੱਭ ਕੇ ਉਹਨਾਂ ਦਾ ਟੱਬਰਾਂ ਸਮੇਤ ਸਫਾਇਆ ਕਰ ਦਿੱਤਾ ਸੀ। ਸਮਾਣੇ ਤੋਂ ਬਾਅਦ ਸੰਢੋਰੇ 'ਤੇ ਹਮਲਾ ਕਰਨ ਦੀ ਵੱਡੀ ਵਜ੍ਹਾ ਇਹ ਸੀ ਕਿ ਇੱਥੋਂ ਦੇ ਹਾਕਮ ਉਸਮਾਨ ਖਾਂ ਨੇ 10ਵਾਂ ਪਾਤਸ਼ਾਹ ਦੇ ਅਤੀ ਪਿਆਰੇ ਮੁਰੀਦ ਪੀਰ ਬੁੱਧੂ ਸ਼ਾਹ ਨੂੰ ਵੈਸ਼ੀ ਤਸੀਹੇ ਦੇ ਕੇ ਕਤਲ ਕਰ ਦਿੱਤਾ ਸੀ। ਇਸ ਕਰਕੇ ਸਿੰਘਾਂ ਨੂੰ ਇਸ ਪਾਪੀ ਖਾਨਦਾਨ ਦਾ ਸਫਾਇਆ ਕਰਕੇ ਹੀ ਸਬਰ ਨਹੀਂ ਸੀ ਆਇਆ। ਉਹਨਾਂ ਗੁੱਸੇ ਵਿੱਚ ਆ ਕੇ ਇਸ ਪਾਪ ਦੇ ਨਿਸ਼ਾਨੇ ਨੂੰ ਸਬੂਤਾਂ ਹੀ ਫਨਾਹ ਕਰ ਦਿੱਤਾ ਸੀ। ਸਰਹਿੰਦ ਉੱਤੇ ਹਮਲਾ ਕਰਨ ਵੇਲੇ ਤਾਂ ਖਾਲਸਾ ਦਾ ਜੋਸ਼ ਤੇ ਰੋਹ ਵੇਖਣ ਵਾਲਾ ਸੀ। ਉਹਨਾਂ ਗੁਰੂ ਦੇ ਲਾਲਾਂ ਨੂੰ ਕਤਲ ਕਰਨ ਵਾਲੇ ਤੇ ਨਾਲ ਹੀ ਕਰਾਉਣ ਵਾਲੇ ਦੋਖੀਆਂ ਕੋਲੋਂ ਗਿਣ ਗਿਣ ਕੇ ਬਦਲੇ ਲਏ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਕਹਾਣੀ ਤੋਂ ਸਾਰਾ ਪੰਥ ਹੀ ਨਹੀਂ ਸਾਰਾ ਹਿੰਦੁਸਤਾਨ ਭਲੀ ਭਾਂਤ ਜਾਣੂ ਹੈ। ਸੋ ਗੁਰੂ ਸਾਹਿਬ ਤੋਂ ਬਾਅਦ ਖਾਲਸੇ ਦੀ ਇਸ ਪਲੇਠੀ ਮੁਹਿੰਮ ਅੰਦਰ ਭਾਰੂ ਜਜ਼ਬਾ ਜ਼ਾਲਮਾਂ ਨੂੰ ਸਜ਼ਾ ਦੇਣ ਦਾ ਸੀ, ਭਾਵੇਂ ਕਿ ਇਸ ਮੁਹਿੰਮ ਦਾ ਉਦੇਸ਼ ਇੱਥੋਂ ਤੱਕ ਹੀ ਸੀਮਤ ਨਹੀਂ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੀ ਜਿੰਨਾ ਚਿਰ ਮੁਗਲਾਂ ਤੇ ਅਫਗਾਨਾਂ ਨਾਲ ਟੱਕਰ ਚੱਲਦੀ ਰਹੀ, ਸਿੰਘਾਂ ਨੇ ਕਦੇ ਵੀ ਪੰਥ ਦੀ ਆਬਰੂ ਨੂੰ ਘਾਟੇ ਨਹੀਂ ਰੁਲਣ ਦਿੱਤਾ। ਉਹਨਾਂ ਸਿੱਖ ਕੌਮ ਦੀ ਆਨ ਦੇ ਪ੍ਰਤੀਕ ਬਣੇ ਗੁਰਦੁਆਰਿਆਂ ਦੇ ਸ਼ਹੀਦਾਂ ਦਾ ਅਪਮਾਨ ਕਦੇ ਸਹਿਣ ਨਹੀਂ ਕੀਤਾ। ਇਸ ਅਪਮਾਨ ਦਾ ਬਦਲਾ ਲੈਣ ਤੋਂ ਬਾਅਦ ਉਹ ਕਦੇ ਨਹੀਂ ਖੁੰਝੇ। ਭਾਈ ਮਨੀ ਸਿੰਘ ਦੀ ਸ਼ਹਾਦਤ ਉਪਰੰਤ ਉਸ ਦੇ ਭਤੀਜੇ ਥਰਾਜ ਸਿੰਘ ਨੇ ਲਾਹੌਰ ਵਿਖੇ ਦਿੱਲੀ ਦਰਵਾਜ਼ੇ ਦੇ ਬਾਹਰ ਭਾਈ ਸਾਹਿਬ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਵੇਲੇ ਹੀ ਜ਼ਾਲਮਾਂ ਨੂੰ ਸੋਧਣ ਦਾ ਤਹਈਆ ਕਰ ਲਿਆ ਸੀ। ਅਬਦੁਲ ਰਜ਼ਾਕ ਨਾਂ ਦੇ ਜਿਸ ਕਾਜੀ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ, ਉਸ ਨੂੰ ਥਰਾਜ ਸਿੰਘ ਦੇ ਹੀ ਭਰਾ ਐਕੜ ਸਿੰਘ ਨੇ ਕੁਝ ਹੀ ਦਿਨਾਂ ਬਾਅਦ ਜਾਨੋਂ ਮਾਰ ਮੁਕਾਇਆ ਸੀ ਅਤੇ ਫਿਰ ਉਸ ਦੇ ਪਿੰਡ ਅਲੀਗੜ੍ਹ ਜਾ ਕੇ ਉਸ ਦੇ ਸਾਰੇ ਖਾਨਦਾਨ ਦਾ ਖਾਤਮਾ ਕਰ ਦਿੱਤਾ ਸੀ। ਜਿਸ ਮੁਫਤੀ ਨੇ ਭਾਈ ਸਾਹਿਬ ਨੂੰ ਸਜ਼ਾ ਸੁਣਾਈ ਸੀ, ਥਰਾਜ ਸਿੰਘ ਨੇ ਉਸ ਦੇ ਪਿੰਡ ਜਾ ਕੇ ਆਪਣੇ ਹੱਥੀਂ ਗਰਦਨ ਲਾ ਦਿੱਤੀ ਸੀ ਅਤੇ ਬਾਕੀ ਸਿੰਘਾਂ ਨੇ ਉਸ ਦੇ ਟੱਬਰ ਦਾ ਸਫਾਇਆ ਕਰ ਦਿੱਤਾ ਸੀ। 1757 ਈਸਵੀ ਵਿੱਚ ਜਲੰਧਰ ਦੇ ਸਿਰ ਫਿਰੇ ਹਾਕਮ ਕੁਤਬਦੀਨ ਨੇ ਸੋਢੀ ਬਾਬਾ ਵਡਭਾਗ ਸਿੰਘ ਨੂੰ ਫੜਨ ਲਈ ਕਰਤਾਰਪੁਰ ਛਾਪਾ ਮਾਰਿਆ। ਜਦ ਬਾਬਾ ਵਡਭਾਗ ਸਿੰਘ ਉਸ ਦੇ ਹੱਥ ਨਾ ਲੱਗਾ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਖਬਰ ਸੁਣ ਕੇ ਸਰਦਾਰ ਬਾਗ ਸਿੰਘ ਆਹਲੂਵਾਲੀਆ, ਜਿਸ ਨੇ ਉਸ ਵੇਲੇ ਸਹਾ ਨਦੀ ਦੇ ਜੰਗਲਾਂ ਕਾਛੜਾਂ 'ਚ ਓਟ ਲੈ ਰੱਖੀ ਸੀ, 200 ਸਵਾਰ ਲੈ ਕੇ ਕੁਤਬਦੀਨ ਨੂੰ ਸੋਧਣ ਦੇ ਇਰਾਦੇ ਨਾਲ ਜਲੰਧਰ ਵੱਲ ਰਵਾਨਾ ਹੋ ਗਿਆ। ਸਬੱਬ ਨਾਲ ਉਸ ਨੂੰ ਕੁਤਬਦੀਨ ਬਿਆਸ ਦੇ ਕਿਨਾਰੇ 'ਤੇ ਹੀ ਸ਼ਿਕਾਰ ਖੇਡਦਾ ਟੱਕਰ ਗਿਆ। ਸਰਦਾਰ ਬਾਗ ਸਿੰਘ ਨੇ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੁਤਬਦੀਨ ਨੂੰ ਫੁਰਤੀ ਨਾਲ ਦਬੋਚ ਲਿਆ ਅਤੇ ਗੁਰਦੁਆਰਾ ਥੰਮ ਸਾਹਿਬ ਦੀ ਬੇਹੁਰਮਤੀ ਲਈ ਉਸ ਨੂੰ ਜਿਉਂਦੇ ਹੀ ਅੱਗ ਲਾ ਕੇ ਸਾੜ ਦਿੱਤਾ। ਇਸੇ ਹੀ ਸਾਲ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਅੰਦਰ ਜਾ ਕੇ ਮੱਸੇ ਰੰਗੜ ਦਾ ਸਿਰ ਵੱਢ ਲਿਆ ਸੀ। ਮੱਸੇ ਤੇ ਕੁਤਬਦੀਨ ਦੇ ਇਹਨਾਂ ਕਤਲਾਂ ਨਾਲ ਕ੍ਰੋਧ ਵਿੱਚ ਆਏ ਜ਼ਕਰੀਆ ਖਾਨ ਨੇ ਮਾਝੇ ਦੇ ਸਾਰੇ ਮੁਖਬਰਾਂ ਤੇ ਝੋਲੀ ਚੁੱਕਾਂ ਨੂੰ ਲਾਮਬੰਦ ਕਰਕੇ ਸਿੰਘਾਂ ਦੇ ਪਰਿਵਾਰਾਂ ਉੱਤੇ ਜ਼ੁਲਮਾਂ ਦਾ ਤੇਜ਼ ਝੱਖੜ ਝੁਲਾ ਦਿੱਤਾ ਸੀ। ਪਰ ਛੇਤੀ ਹੀ ਨਾਦਰ ਸ਼ਾਹ ਦੇ ਭਾਰਤ ਉੱਤੇ ਚੜ੍ਹ ਆਉਣ ਸਦਕਾ ਜਦ ਮੁਗਲ ਹਾਕਮ ਬਿਪਤਾ ਵਿੱਚ ਘਿਰ ਗਏ ਤਾਂ ਸੁਨਹਿਰੀ ਮੌਕਾ ਹੱਥ ਆਇਆ। ਵੇਖ ਕੇ ਸਿੰਘਾਂ ਨੇ ਜੰਗਲਾਂ 'ਚੋਂ ਨਿਕਲ ਕੇ ਉਹਨਾਂ ਸਾਰੇ ਮੁਖਬਰਾਂ ਤੇ ਝੋਲੀ ਚੁੱਕਾਂ ਜਿਨ੍ਹਾਂ ਨੇ ਸਿੰਘਾਂ ਦੇ ਪਰਿਵਾਰਾਂ ਨਾਲ ਵਧੀਕੀਆਂ ਕੀਤੀਆਂ ਸਨ ਦੀ ਅਲਖ ਮੁਕਾ ਦਿੱਤੀ ਸੀ। ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਪਹਿਲੇ ਹਮਲੇ ਵੇਲੇ ਸਿੰਘਾਂ ਦਾ ਫਿਰ ਦਾਅ ਫੱਬ ਗਿਆ ਸੀ। ਉਹਨਾਂ ਨੇ ਚੀਤੇ ਵਾਲੀ ਫੁਰਤੀ ਦੇ ਚੀਤੇ ਵਾਲੇ ਹੀ ਕਹਿਰ ਨਾਲ ਘਣੀਆਂ 9 ਸ਼ਹਿਰਾਂ
ਜੰਡਿਆਲਾ, ਮਜੀਠਾ, ਕਲਾਨੌਰ ਆਦਿ ਪਿੰਡਾਂ ਦੇ ਸਾਰੇ ਮੁਖਬਰ ਤੇ ਝੋਲੀ ਚੁੱਕ ਸੋਧ ਛੱਡੇ ਸਨ, ਜਿਨ੍ਹਾਂ 'ਚੋਂ ਚੌਧਰੀ ਰਾਏ ਬਖਤ ਨੁਸ਼ਹਿਰੇ, ਧਨੇਸੇ ਦੇ ਜੱਟ, ਹੈਬਟਪੁਰ ਪੱਟੀ ਤੇ ਖੱਤਰੀ ਖਾਸ ਤੌਰ 'ਤੇ ਬਦਨਾਮ ਸਨ। ਮੀਰ ਮੋਮਨ ਖਾਂ ਫੌਜਦਾਰ ਨੇ ਮੀਰ ਮੰਨੂ ਦੇ ਵੇਲੇ ਮਾਝੇ ਦੇ ਸਿੰਘਾਂ ਦੇ ਪਰਿਵਾਰਾਂ ਉੱਤੇ ਬੇਹਤਾਸ਼ਾ ਜ਼ੁਲਮ ਢਾਇਆ ਸੀ। ਉਸ ਦੀ ਜਾਨ ਲੈਣ ਵਾਸਤੇ ਸਿੰਘ ਕਈ ਵਾਰ ਭੇਸ ਵਟਾ ਕੇ ਲਾਹੌਰ ਗਏ, ਪਰ ਉਹ ਹੱਥ ਨਾ ਲੱਗਾ। ਅਖੀਰ ਐਕੜ ਸਿੱਖ ਨੇ ਮੁਸਲਮਾਨੀ ਭੇਸ ਬਣਾ ਕੇ ਮੋਮਨ ਖਾਂ ਦੇ ਹੀ ਤਬੇਲੇ ਵਿੱਚ ਕੁੜਵਾਲ ਦੀ ਨੌਕਰੀ ਜਾ ਕੀਤੀ। ਇੱਕ ਦਿਨ ਜਦ ਮੋਮਨ ਖਾਂ ਦਰਿਆ ਕਿਨਾਰੇ ਸੈਰ ਕਰਨ ਨਿਕਲਿਆ ਤਾਂ ਐਕੜ ਸਿੰਘ ਨੇ ਅੱਖ ਦੇ ਫੋਰੇ ਵਿੱਚ ਤਲਵਾਰ ਦੇ ਇੱਕੋ ਹੀ ਵਾਰ ਨਾਲ ਉਸ ਦਾ ਸਿਰ ਧੜਨਾ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਮਿਸਾਲ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਐਕੜ ਸਿੰਘ ਨੇ ਮੋਮਨ ਖਾਂ ਦਾ ਇਹ ਸਿਰ ਬਾਰ ਵਿੱਚ ਬੈਠੇ ਨਵਾਬ ਕਪੂਰ ਸਿੰਘ ਅੱਗੇ ਪੇਸ਼ ਕਰ ਦਿੱਤਾ ਸੀ। ਜਦ ਜਲੰਧਰ ਦੇ ਨਾਸਰ ਅਲੀ ਖਾਂ ਨੇ ਕੁਤਬਦੀਨ ਵਾਂਗ ਹੀ ਜ਼ੁਲਮ ਦੀ ਅੱਤ ਚੁੱਕ ਲਈ ਸੀ ਤਾਂ ਬਾਬਾ ਵਡਭਾਗ ਸਿੰਘ ਨੇ ਬਾਘ ਸਿੰਘ ਆਹਲੂਵਾਲੀਏ ਦੀ ਉਦਾਹਰਣ ਤੋਂ ਪ੍ਰੇਰਨਾ ਲੈਂਦਿਆਂ ਨਾਸਰ ਅਲੀ ਖਾਂ ਨੂੰ ਜਿਉਂਦਿਆਂ ਅੱਗ ਵਿੱਚ ਭੁੰਨ ਦਿੱਤਾ ਸੀ। ਜਨਵਰੀ 1746 ਦੀ ਇੱਕ ਸ਼ਾਮ ਦੇ ਘੁਸਮੁਸੇ ਵਿੱਚ ਸਿੰਘਾਂ ਦੀ ਇੱਕ ਟੋਲੀ ਮੁਸਲਮਾਨੀ ਭੇਸ ਵਿੱਚ ਮੋਚੀ ਗੇਟ ਦੇ ਰਾਹੀਂ ਲਾਹੌਰ ਅੰਦਰ ਜਾ ਦਾਖਲ ਹੋਈ ਸੀ ਅਤੇ ਉਹਨਾਂ ਸਾਰੇ ਕਾਜ਼ੀਆਂ ਤੇ ਮੁਫਤੀਆਂ ਜਿਨ੍ਹਾਂ ਨੇ ਸਿੰਘਾਂ ਖਿਲਾਫ ਘੋਰ ਅਪਰਾਧ ਕੀਤੇ ਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਲੇਰਕੋਟਲੇ ਦੇ ਨਵਾਬ ਭੀਖਨ ਖਾਂ ਨੇ ਵੱਡੇ ਘੁੱਲੂਘਾਰੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦਾ ਡਟਵਾਂ ਸਾਥ ਦਿੰਦਿਆਂ ਹੋਇਆਂ ਸਿੰਘਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਸੀ। ਘੁੱਲੂਘਾਰੇ ਦੀ ਸੱਟ ਤੋਂ ਸੰਭਲਦਿਆਂ ਹੀ ਸਿੰਘਾਂ ਨੇ ਜਨਵਰੀ 1764 ਵਿੱਚ ਭੀਖਨ ਖਾਂ ਨੂੰ ਉਸ ਦੇ ਆਪਣੇ ਹੀ ਸ਼ਹਿਰ ਅੰਦਰ ਜਾ ਲਲਕਾਰਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਟੁੱਕ ਕੇ ਕਤਲ ਕਰ ਦਿੱਤਾ। ਇੱਥੋਂ ਕੰਮ ਮੁਕਾ ਕੇ ਸਿੰਘ ਮੋਰਿੰਡੇ ਨੂੰ ਹੋ ਤੁਰੇ, ਜਿੱਥੇ ਜਾਨੀ ਖਾਂ ਤੇ ਮਾਨੀ ਖਾਂ ਨਾਂ ਦੇ ਉਹ ਰੰਗੜ ਭਰਾ ਰਹਿੰਦੇ ਸਨ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ ਕੇ ਸੂਬਾ ਸਰਹਿੰਦ ਦੇ ਹਵਾਲੇ ਕੀਤਾ ਸੀ। ਸਿੰਘਾਂ ਨੇ ਇਹਨਾਂ ਦੋਨੋਂ ਰੰਗੜਾਂ ਨੂੰ ਸਮੁੱਚੇ ਪਰਿਵਾਰਾਂ ਸਮੇਤ ਕੁੱਟ-ਕੁੱਟ ਕੇ ਜਾਨੋਂ ਮਾਰ ਸੁੱਟਿਆ। ਇੱਥੋਂ ਸਿੰਘ ਕੁਰਾਲੀ ਵੱਲ ਹੋ ਤੁਰੇ ਅਤੇ ਉੱਥੇ ਰਹਿੰਦੇ ਇਹਨਾਂ ਰੰਗੜਾਂ ਦੇ ਰਿਸ਼ਤੇਦਾਰਾਂ ਨੂੰ ਯਾਦ ਹੋਈ। ਉੱਥੋਂ ਵਿਹਲੇ ਹੋ ਕੇ ਸਿੰਘਾਂ ਨੇ ਸਰਹਿੰਦ ਵੱਲ ਮੂੰਹ ਕਰ ਲਿਆ। ਸਰਹਿੰਦ ਨਾਲ ਸਿੱਖਾਂ ਨੂੰ ਉਚੇਚੀ ਨਫ਼ਰਤ ਹੋਣ ਇਸ 'ਤੇ ਹਮਲਾ ਕਰਨ ਵੇਲੇ ਉਹਨਾਂ ਦਾ ਜੋਸ਼ ਚਰਮ ਸੀਮਾ 'ਤੇ ਪਹੁੰਚ ਜਾਂਦਾ ਸੀ। ਸਰਹਿੰਦ ਉੱਤੇ ਹਮਲੇ ਦੀਆਂ ਤਿਆਰੀਆਂ ਨੇ ਪੰਜਾਬ ਭਰ ਦੇ ਸਿੱਖਾਂ ਅੰਦਰ ਲੋਹੜੇ ਦਾ ਜੋਸ਼ ਪੈਦਾ ਕਰ ਦਿੱਤਾ ਸੀ। ਕੋਈ 50,000 ਦੇ ਕਰੀਬ ਸਿੰਘਾਂ ਨੇ ਇਕੱਠੇ ਹੋ ਕੇ ਇੱਕ ਵਾਰ ਫਿਰ ਇਸ ਪਾਪ ਦੀ ਨਗਰੀ ਨੂੰ ਢਾਹ ਕੇ ਪੱਧਰਾ ਕਰ ਸੁੱਟਿਆ ਅਤੇ ਇਸ ਉੱਤੇ ਗਧਿਆਂ ਨਾਲ ਹਲ ਫੇਰ ਕੇ ਆਪਣਾ ਗੁੱਸਾ ਠੰਡਾ ਕੀਤਾ। ਉਹਨਾਂ ਅਬਦਾਲੀ ਦੇ ਜ਼ਾਲਮ ਜਰਨੈਲ ਜ਼ੈਨ ਖਾਂ ਕੋਲੋਂ ਗਿਣ ਕੇ ਬਦਲੇ ਲਏ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵੱਡੇ ਘੁੱਲੂਘਾਰੇ ਦੇ ਬਾਅਦ ਅਹਿਮਦ ਸ਼ਾਹ ਅਬਦਾਲੀ ਆਪਣੀ ਇੱਕ ਮੁਹਿੰਮ ਦੇ ਦੌਰਾਨ ਜਦ ਇੱਕ ਦਿਨ ਲੱਖੀ ਦੇ ਜੰਗਲਾਂ ਵਿੱਚ ਬੈਠਾ ਆਰਾਮ ਨਾਲ ਹੋਕਾ ਗੁੜਗੁੜਾ ਰਿਹਾ ਸੀ ਤਾਂ ਇੱਕ ਸਿਰਲੱਥ ਸਿੰਘ ਘੋੜੇ 'ਤੇ ਸਵਾਰ ਹੋ ਕੇ ਬਿਜਲੀ ਦੀ ਤੇਜ਼ੀ ਨਾਲ ਉਸ ਵੱਲ ਵਧਿਆ। ਜੇਕਰ ਅਬਦਾਲੀ ਆਪਣੀ ਸੈਨਿਕ ਫੁਰਤੀ, ਜਿਸ ਦੇ ਲਈ ਉਹ ਖਾਸ ਤੌਰ 'ਤੇ ਮਸ਼ਹੂਰ ਸੀ, ਦੇ ਨਾਲ ਸਿੰਘ ਨੂੰ ਆਪਣੇ ਤੀਰ ਦਾ ਨਿਸ਼ਾਨਾ ਨਾ ਬਣਾਉਂਦਾ ਤਾਂ ਮਨੁੱਖੀ ਬੰਬ ਬਣ ਕੇ ਅਬਦਾਲੀ ਦੇ ਸਿਰ 'ਤੇ ਚੜ੍ਹ ਆਏ। ਉਸ ਜਾਬਾਜ਼ ਸਿੰਘ ਦੇ ਹੱਥੋਂ ਉਸ ਦੀ ਮੌਤ ਲਗਭਗ ਅਟਲ ਸੀ। ਮਹਾਰਾਜਾ ਸ਼ੇਰ ਸਿੰਘ ਦੇ ਰਾਜਕਾਲ ਦੌਰਾਨ ਸਿੱਖਾਂ ਨੂੰ ਇੱਕ ਦਿਨ ਪਤਾ ਨਹੀਂ ਕਬਰਾਂ 'ਚ ਪਏ ਮੀਰ ਮੰਨੂ ਨੂੰ ਸਜ਼ਾ ਦੇਣ ਦੀ ਸੁੱਝ ਗਈ। ਉਹਨਾਂ ਗੁੱਸੇ ਵਿੱਚ ਆ ਕੇ ਸ਼ਹੀਦਗੰਜ ਦੇ ਐਨ ਗੁਆਂਢ ਵਿੱਚ ਅਬਦੁਲ ਰਹੀਮ ਖਾਂ ਦੀ ਹਵੇਲੀ 'ਚੋਂ ਮੰਨੂ ਦੀ ਕਬਰ ਖੋਦ ਸੁੱਟੀ ਅਤੇ ਉਸ ਦੀਆਂ ਹੱਡੀਆਂ ਨੂੰ ਤੂੜੀ ਦੇ ਡੱਕਿਆਂ ਵਾਂਗ ਹਵਾ 'ਚ ਉਡਾ ਮਾਰਿਆ। ਉਹ ਹਵੇਲੀ ਜਿਸ ਨੇ ਆਪਣੀ ਵਲਗਣ ਅੰਦਰ ਮੀਰ ਮੰਨੂ ਦੀ ਮੁਰਦਾ ਦੇਹ ਨੂੰ ਸੰਭਾਲਣ ਦਾ ਪਾਪ ਕੀਤਾ ਸੀ,
ਵੀ ਸਿੰਘਾਂ ਦੇ ਰੋਹ ਤੋਂ ਬਚ ਨਾ ਸਕੀ। ਉਹਨਾਂ ਹਵੇਲੀ ਦੀ ਇੱਟ ਖਿੰਡਾ ਦਿੱਤੀ। ਇਸ ਤਰ੍ਹਾਂ ਮੁਗਲਾਂ ਵਿਰੁੱਧ ਸਿੱਖ ਕੌਮ ਦਾ ਗੁੱਸਾ ਠੰਡਾ ਹੋਣ ਨੂੰ ਤਕਰੀਬਨ ਪੂਰੀ ਸਦੀ ਲੱਗ ਗਈ ਸੀ। ਇਸ ਤੋਂ ਬਾਅਦ ਸਿੱਖਾਂ ਨੇ ਅੱਧੀ ਸਦੀ ਤੱਕ ਜਿੰਨਾ ਚਿਰ ਤੱਕ ਪੰਜਾਬ ਅੰਦਰ ਆਪਣਾ ਰਾਜ ਕਾਇਮ ਰੱਖਿਆ, ਉਨਾ ਚਿਰ ਉਹਨਾਂ ਆਪਣੇ ਕਿਸੇ ਵੀ ਦੁਸ਼ਮਣ ਦੇ ਖਿਲਾਫ ਤਾਕਤ ਦਾ ਦੁਰਉਪਯੋਗ ਨਹੀਂ ਸੀ ਕੀਤਾ। ਇਹ ਤੱਥ ਆਪਣੇ ਆਪ ਵਿੱਚ ਹੀ ਉਸ ਸਿਧਾਂਤਕ ਨਜ਼ਰੀਏ ਦਾ ਥੋਤ ਉਜਾਗਰ ਕਰ ਦਿੰਦਾ ਹੈ ਜਿਸ ਨੂੰ ਸਿੱਖ ਕਿਰਦਾਰ ਦੀ ਉਸਾਰੀ ਵਿੱਚ ਸਿੱਖ ਵਿਚਾਰਧਾਰਾ ਦੇ ਨਿਰਣਾਕਾਰੀ ਰੋਲ ਦੀ ਸਮਝ ਨਹੀਂ ਪੈਂਦੀ ਅਤੇ ਜੋ ਸਿੱਖ ਕੌਮ ਦੀਆਂ ਕੁਝ ਉੱਭਰਵੀਆਂ ਵਿਸ਼ੇਸ਼ਤਾਵਾਂ ਜੱਟ ਸੱਭਿਆਚਾਰ ਦੀ ਵਧਵੀਂ ਰੰਗਤ ਵੇਖਣ ਦੀ ਸਿਧਾਂਤਕ ਮਰਜ਼, ਕਿਉਂਕਿ ਸਿੱਖ ਵਿਚਾਰਧਾਰਾ ਦੇ ਫੈਸਲਾਕੁਨ ਅਸਰ ਤੋਂ ਬਿਨਾਂ ਸਿੱਖ ਕੌਮ ਵੱਲ ਸੱਤਾ ਦਾ ਇੰਨੇ ਸੰਜਮ 'ਚ ਰਹਿ ਕੇ ਇਸਤੇਮਾਲ ਕਰਨ ਦਾ ਕਿਸਮਾ ਕਦਾਚਿਤ ਸੰਭਵ ਨਹੀਂ ਸੀ ਹੋਣਾ। ਬਾਅਦ ਵਿੱਚ ਜਾ ਕੇ ਅੰਗਰੇਜ਼ ਹਾਕਮਾਂ ਵਿਰੁੱਧ ਆਪਣੇ ਸੰਘਰਸ਼ ਅੰਦਰ ਸਿੱਖਾਂ ਨੇ ਅੱਤ ਦਰਜੇ ਦੀ ਭੜਕਾਹਟ ਦੇ ਸਨਮੁਖ ਵੀ ਜੋ ਕਮਾਲ ਦਾ ਠਰਮਾ ਤੇ ਸੰਜਮ ਦਿਖਾਇਆ, ਉਹ ਕਿਸੇ ਵੀ ਪੱਖ ਤੋਂ ਰਵਾਇਤੀ ਜੱਟ ਸੱਭਿਆਚਾਰ ਨਾਲ ਮੇਲ ਨਹੀਂ ਖਾਂਦਾ। ਗੁਰਦੁਆਰਾ ਸੁਧਾਰ ਲਹਿਰ ਦੇ ਸਮੁੱਚੇ ਅਮਲ ਹੱਦ ਦਰਜੇ ਦੇ ਜ਼ੁਲਮ ਤੇ ਤਸ਼ੱਦਦ ਦੇ ਬਾਵਜੂਦ ਸਿੱਖਾਂ ਵੱਲੋਂ ਕਿਸੇ ਇੱਕ ਵੀ ਪੁਲਿਸ ਅਫਸਰ ਜਾਂ ਕਰਮਚਾਰੀ ਦੇ ਵਿਰੁੱਧ, ਇੱਥੋਂ ਤੱਕ ਕਿ ਸਿੱਖ ਪੰਥ ਦੀ ਨਫ਼ਰਤ ਤੇ ਸੰਘਰਸ਼ ਦਾ ਸਿੱਧਾ ਨਿਸ਼ਾਨਾ ਬਣੇ ਕਿਸੇ ਮਹੰਤ ਦੇ ਖਿਲਾਫ ਵੀ ਬਦਲੇ ਵਿੱਚ ਹੱਥ ਉਠਾਉਣ ਦੀ ਇੱਕ ਵੀ ਮਿਸਾਲ ਨਹੀਂ ਮਿਲਦੀ। ਜੇ ਸਿੱਖਾਂ ਦਾ ਅਮਲ ਨਿਰੋਲ ਅਤੇ ਸਿੱਧੇ ਰੂਪ ਵਿੱਚ ਜੱਟ ਸੱਭਿਆਚਾਰ ਤੋਂ ਹੀ ਨਿਰਾਧਾਰਿਤ ਹੋਇਆ ਹੁੰਦਾ ਤਾਂ ਸਿੱਖ ਜੱਦੋ-ਜਹਿਦ ਦੇ ਅਜਿਹੇ ਰੂਪ ਦੀ ਕਲਪਨਾ ਕਰਨੀ ਵੀ ਔਖੀ ਹੋਣੀ ਸੀ। ਸੋ ਸਾਰੀ ਚਰਚਾ ਦਾ ਨਿਚੋੜ ਇਹ ਬਣਦਾ ਹੈ ਕਿ ਹਰ ਮੌਕੇ ਸਿੱਖ ਅਮਲ ਭਾਰੂ ਰੂਪ ਵਿੱਚ ਹੈ, ਸਿੱਖ ਲਹਿਰ ਦੇ ਖਾਸੇ ਅਤੇ ਇਸ ਦੇ ਮਨੋਰਥਾਂ ਤੋਂ ਨਿਰਧਾਰਿਤ ਹੁੰਦਾ ਹੈ। ਕਿਸੇ ਵਰਗ ਵਿਸ਼ੇਸ਼ ਦੇ ਸੁਭਾਵੀ ਲੱਛਣਾਂ ਤੋਂ ਨਹੀਂ। ਉਦੇਸ਼ ਮੰਗ ਕਰਦੇ ਹੋਣ ਤਾਂ ਸਿੱਖ ਹੱਦ ਦਰਜੇ ਦਾ ਠਰਮਾ ਵਿਖਾ ਸਕਦੇ ਹਨ ਅਤੇ ਲੋੜ ਬਣੇ ਤਾਂ ਪੂਰੇ ਜਜ਼ਬੇ ਨਾਲ ਖੰਡਾ ਖੜਕਾ ਸਕਦੇ ਹਨ। ਸਿੱਖਾਂ ਨੂੰ ਜਾਣਨ ਲਈ ਸਿੱਖ ਕਿਰਦਾਰ ਦਾ ਇਹ ਲੱਛਣ ਸਮਝਣਾ ਬੇਹੱਦ ਜ਼ਰੂਰੀ ਹੈ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।